ਹੁਣ ਛੇਤੀ ਨਾਲ ਯਿਸੂ ਵੱਲ ਆ। ਪੰਜਾਬੀ ਟਾਕ ਸ਼ੋਅ ਦੇ ਵਿੱਚ ਮਸੀਹ ਦੇ ਵਿੱਚ ਅਸੀਂ ਤੁਹਾਨੂੰ ਵੈਲਕਮ ਆਖਦੇ ਆ ਪਏ। ਉਮੀਦ ਹੈ ਕਿ 2026 ਦੇ ਵਿੱਚ ਤੁਸੀਂ ਖੁਸ਼ ਹੋ ਤੇ ਅਸੀਂ ਅੱਜ ਖੁਦਾ ਦੇ ਖਾਦਮ ਕੋਲੋਂ ਪੁੱਛਾਂਗੇ ਕਿ ਖੁਦਾ ਦੀ ਆਵਾਜ਼ ਨੂੰ ਕਿਸ ਤਰ੍ਹਾਂ ਸੁਣਨਾ ਹੈ, ਕਿਸ ਤਰ੍ਹਾਂ ਮਹਿਸੂਸ ਕਰਨਾ ਹੈ। ਤੇ ਅੱਜ ਅਸੀਂ ਖੁਦਾ ਦੇ ਖਾਦਮ ਕੋਲੋਂ ਪੁੱਛਾਂਗੇ ਦੁਆ ਦੇ ਵਸੀਲੇ ਕਰਨਾ ਹੈ ਜਾਂ ਕਿਸ ਤਰ੍ਹਾਂ ਕਰਨਾ ਹੈ। ਇਹ ਖੁਦਾ ਦੇ ਖਾਦਮ ਸਾਨੂੰ ਅੱਜ ਦੱਸ ਸਕਦੇ। ਮਸੀਹ ਦੀ ਮੁਹੱਬਤ ਚ ਸ਼ਹਿਜ਼ਾਦ ਮੈਂ ਤੁਹਾਨੂੰ ਬਹੁਤ ਸਲਾਮ ਸਲਾਮ। ਔਰ ਮਸੀਹ ਦੀ ਮੁਹੱਬਤ ਚ तमाम ਵੇਖਣ ਵਾਲਿਆਂ ਨੂੰ ਪੰਜਾਬੀ ਟਾਕ ਸ਼ੋਅ ਯਿਸੂ ਵੱਲ ਆ ਚ ਜੀ ਆਇਆ ਨੋ। ਤੇ ਅੱਜ ਅਸੀਂ ਖੁਦਾ ਦੇ ਖਾਦਮ ਕੋਲੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਅਸੀਂ ਅਸਮਾਨ ਨੂੰ ਖੋਲਾਂਗੇ, ਦੁਆ ਦੇ ਵਸੀਲੇ ਖੋਲਾਂਗੇ ਜਾਂ ਘੁਟਨੇ ਟੇਕ ਕੇ ਖੋਲਾਂਗੇ ਜਾਂ ਕਿਸ ਤਰ੍ਹਾਂ, ਤੇ ਅਸੀਂ ਕਿੰਨੀ ਦੁਆ ਕਰਾਂਗੇ। ਅੱਜ ਅਸੀਂ ਖੁਦਾ ਦੇ ਖਾਦਮ ਕੋਲੋਂ ਪੁੱਛਾਂਗੇ। ਜ਼ਬਰਦਸਤ। ਪਹਿਲੇ ਨੰਬਰ ਤੇ ਸ਼ਹਿਜ਼ਾਦ ਵੀ ਮੈਂ ਤੁਹਾਨੂੰ ਵਾਕਈ ਐਪਰੀਸ਼ੀਏਟ ਕਰਨਾ ਦਿਲ ਨਾਲ, ਕਿਉਂਕਿ ਤੁਸੀਂ ਸਵਾਲ ਬੜੇ ਕਮਾਲ ਦੇ ਜਨਾਬ ਕਹਿ ਲੋ ਤਿਆਰ ਕਰਕੇ ਰੱਖਦੇ ਹੋ। ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਅਜ਼ੀਜ਼ੋ, ਯਾਨੀ ਕਿ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੇ ਕਿ ਅਸੀਂ ਅਸਮਾਨ ਨੂੰ ਕਿਵੇਂ ਖਲਵਾ ਸਕਨੇ ਆ। ਖੁਦਾ ਦੇ ਕਲਾਮ ਦੀ ਬੜੀ ਜ਼ਬਰਦਸਤ ਗੱਲ ਮੇਰੇ ਜ਼ਿਹਨ ਚ ਆ ਗਈ ਜੇ। ਮੱਤੀ ਦੀ ਅੰਜੀਲ ਉਹਦਾ 3 ਬਾਬ ਉਹਦੀ 13 ਆਇਤ ਤੋਂ ਤੁਸੀਂ ਅਗਰ ਪੜ੍ਹਨਾ ਸ਼ੁਰੂ ਕਰੋ ਤੇ ਆਖਰ ਤੇ ਤੁਹਾਨੂੰ ਇੱਕ ਜੁਮਲਾ ਲੱਭੇਗਾ। ਯਿਸੂ ਮਸੀਹ ਨੇ ਜਦੋਂ ਪਾਣੀ ਦਾ ਬਪਤਿਸਮਾ ਯੋਹੰਨਾ ਬਪਤਿਸਮਾ ਦੇਣ ਵਾਲੇ ਕੋਲੋਂ ਲਿਆ ਤੇ ਕਲਾਮ 'ਚ ਲਿਖਿਆ ਹੈ ਕਿ ਜਦੋਂ ਯਿਸੂ ਮਸੀਹ ਪਾਣੀ 'ਚ ਉੱਤੇ ਆਏ ਤੇ ਉਹਨਾਂ ਵਾਸਤੇ ਅਸਮਾਨ ਖੁੱਲ ਗਿਆ। ਆਮੀਨ। ਸ਼ਹਿਜ਼ਾਦ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਕਿ ਅਸਮਾਨ ਹਰ ਕਿਸੇ ਵਾਸਤੇ ਨਹੀਂ ਜੀ ਖੁੱਲੇ ਆ। ਜੀ ਬਿਲਕੁਲ। ਅਸਮਾਨ ਸਿਰਫ ਉਸ ਜ਼ਿੰਦਗੀ ਵਾਸਤੇ ਖੁੱਲਦਾ ਜੇ ਜਿਹੜਾ ਰਾਸਤਬਾਜ਼ੀ ਨੂੰ ਪੂਰਾ ਕਰਦਾ ਵੇ, ਜਿਹੜਾ ਪਾਣੀ ਦਾ ਬਪਤਿਸਮਾ ਲੈਂਦਾ ਵੇ, ਜਿਹੜਾ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਜਾਤਹਿੰਦਾ ਕਬੂਲ ਕਰਦਾ ਵੇ, ਜਿਹੜਾ ਖੁਦਾ ਦੇ ਕਲਾਮ ਨੂੰ ਪੂਰਾ ਕਰਦਾ ਵੇ ਔਰ ਤੌਬਾ ਕਰਕੇ ਪਾਣੀ ਦਾ ਬਪਤਿਸਮਾ ਲੈਂਦਾ ਵੇ। ਅਸਮਾਨ ਉਹਦੇ ਵਾਸਤੇ ਖੁੱਲਦਾ। ਬਿਲਕੁਲ ਇਸ ਤਰ੍ਹਾਂ ਹੀ ਹੈ, ਬਿਲਕੁਲ ਇਸ ਤਰ੍ਹਾਂ ਹੀ ਹੈ, ਕਿਉਂਕਿ ਜਦੋਂ ਅਸੀਂ ਪੂਰੇ ਦਿਲ ਦੇ ਨਾਲ ਉਹਨੂੰ ਕਬੂਲ ਕਰਨੇ ਆ ਤੇ ਫਿਰ ਬਾਕੀ ਅਸਮਾਨ ਖੁੱਲਦਾ ਹੈ। ਫਿਰ ਅਸੀਂ ਖੁਸ਼ਹਾਲ ਹੋ ਜਾਂਦੇ ਆ, ਫਿਰ ਸਾਡੇ ਘਰਾਣੇ ਡਾਵਾਂ ਡੋਲ ਨਹੀਂ ਰਹਿੰਦੇ, ਫਿਰ ਅਸੀਂ ਖੁਸ਼ਹਾਲ ਹੁੰਦੇ ਆ, ਕਿਉਂਕਿ ਬਾਈਬਲ 'ਚ ਲਿਖਿਆ ਹੈ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਿਆ ਹਾਲੇਲੂਇਆ ਖੁਦਾਵੰਦ ਦੇ ਘਰ ਚਲੀ ਗਈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਨੇ ਆ। ਔਰ ਸ਼ਹਿਜ਼ਾਦ ਸਾਹਿਬ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਵਾਂ ਕਿ ਅਸਮਾਨ ਖੁੱਲਣ ਤੋਂ ਮਜ਼ੀਦ ਗੱਲ ਜ਼ਿਹਨ 'ਚ ਖੁਦਾ ਆਉਂਦਾ ਪਿਆ ਕਿ ਅਸਮਾਨ ਦੇ ਦਰੀਚੇ ਖੋਲਣ ਦੀ ਗੱਲ ਅਕਸਰ ਔਕਾਤ ਲੋਕੀ ਦੁਆ ਕਰਦੇ ਨੇ ਜੀ। ਇਹ ਗੱਲ ਕਰਨ ਦਾ ਮਕਸਦ ਇਹ ਨਹੀਂ ਕਿ ਮੈਂ ਕਿਸੇ ਦੁਆ ਦਾ ਮਜ਼ਾਕ ਉਡਾਉਣ ਲਗਾਵਾਂ, ਨਹੀਂ, ਮੈਨੂੰ ਕੋਈ ਹੱਕ ਨਹੀਂ, ਲੇਕਿਨ ਸਮਝਾਉਣ ਵਾਸਤੇ ਇਹ ਕਹਿਣਾ ਚਾਹਾਂਗਾ ਕਿ ਬਾਜ਼ ਔਕਾਤ ਕਈ ਭੈਣਾਂ ਤੇ ਕਈ ਭਰਾ ਆਖਦੇ ਨੇ ਖੁਦਾਵੰਦ ਸਾਡੇ ਵਾਸਤੇ ਅਸਮਾਨ ਦੇ ਦਰੀਚੇ ਖੋਲ, ਖੁਦਾਵੰਦ ਅਸਮਾਨ ਦੇ ਦਰੀਚੇ ਖੋਲ, ਲੇਕਿਨ ਦਰੀਚੇ ਖਲਾਣਾ ਕੋਈ ਏਡਾ ਸੌਖਾ ਨਹੀਂ ਜੀ ਹੈ। ਅਗਰ ਤੁਸੀਂ ਕਿਤੇ ਪੁਰਾਣੇ ਮਕਾਮਾਂ ਤੇ ਤੁਰ ਜਾਓ, ਕਿਲੇ ਅਗਰ ਤੁਸੀਂ ਵੇਖੇ ਹੋਣਗੇ ਵੱਡੇ ਕਿਲਿਆਂ ਤੇ ਚਲੇ ਜਾਓ ਤੇ ਉਹਨਾਂ ਦੇ ਜਿਹੜੇ ਦਰਵਾਜ਼ੇ ਹੁੰਦੇ ਨੇ ਉਹ ਵੱਡੇ ਦਰੀਚੇ ਹੁੰਦੇ ਨੇ ਤੇ ਉਹਦੇ ਤੇ ਅਗਰ ਤੁਸੀਂ ਫੋਟੋ ਖਿਚਾਓ ਨਾ ਤੇ ਤੁਸੀਂ ਇੰਨੇ ਕੋ ਨਜ਼ਰ ਆਓਗੇ, ਲੇਕਿਨ ਅਸਮਾਨ ਦਾ ਦਰੀਚਾ ਫਿਰ ਕਿੰਨਾ ਵੱਡਾ ਹੋਏਗਾ। ਲਓ ਸਾਹਿਬ ਬਿਲਕੁਲ ਦਰੀਚਾ ਖਲਾਣਾ ਕੋਈ ਮਜ਼ਾਕ ਹੈ? ਨਹੀਂ ਜੀ ਨਹੀਂ, ਬਿਲਕੁਲ। ਅਸੀਂ ਦੇਖੋ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਖੋਲਨੇ ਆ ਤੇ ਯਕੀਨਨ ਉਹ ਅਸਮਾਨ ਨੂੰ ਅਸੀਂ ਖੋਲਨੇ ਆ, ਕਿਉਂਕਿ ਉਹਨੇ ਆਪਣੇ ਹਰ ਇੱਕ ਨਾਂ ਤੋਂ ਜ਼ਿਆਦਾ ਆਪਣੇ ਕਲਾਮ ਨੂੰ ਅਜ਼ਮਤ ਦਿੱਤੀ ਹੈ। ਹਾਲੇਲੂਇਆ। ਉਹ ਕਲਾਮ ਸਾਡੇ ਕੋਲ ਹੈ। ਪ੍ਰੇਜ਼ ਦ ਲਾਰਡ। ਖੁਦਾਵੰਦ ਦੀ ਸ਼ੁਕਰਗੁਜ਼ਾਰੀ ਹੈ। ਦੂਜਾ ਸਵਾਲ ਮੈਂ ਕੀਤਾ ਸੀ ਕਿ ਅਸੀਂ ਕਿੰਨੀ ਦੇਰ ਦੀ ਦੁਆ ਕਰ ਸਕਨੇ ਆ, ਅਸੀਂ ਕਿੰਨਾ ਟਾਈਮ ਖੁਦਾ ਨੂੰ ਦੇ ਸਕਨੇ ਆ ਤੇ ਅਸਮਾਨ ਖੁੱਲੇਗਾ। ਇਹ ਅਸੀਂ ਤੁਹਾਡੇ ਕੋਲ ਅੱਜ ਜ਼ਬਰਦਸਤ। ਅਗਰ ਅਸੀਂ ਖੁਦਾ ਦੇ ਕਲਾਮ 'ਚ ਵੇਖੀਏ ਤੇ ਬਾਈਬਲ ਦੇ ਜ਼ਿੰਦਾ ਖੁਦਾ ਨੇ ਦੁਆ ਦੇ ਬਾਰੇ ਘੜੀ ਨੂੰ ਛੇੜਿਆ ਹੀ ਨਹੀਂ। ਹਾਲੇਲੂਇਆ। ਕਲਾਮ 'ਚ ਲਿਖਿਆ ਜਾਗੋ ਔਰ ਦੁਆ ਕਰੋ। ਇੱਕ ਸੱਚੇ ਮਸੀਹੀ ਨੂੰ ਦੁਆ 'ਚ ਝੁਕਣ ਦਾ ਪਤਾ ਹੋਣਾ ਚਾਹੀਦਾ ਹੈ, ਉੱਠਣ ਦਾ ਨਹੀਂ ਪਤਾ ਹੋਣਾ ਚਾਹੀਦਾ। ਇਹ ਖੁਦਾ ਦਾ ਰੂਹ ਤੁਹਾਨੂੰ ਤੇ ਮੈਨੂੰ ਦੁਆ ਕਰਨਾ ਸਿਖਾਉਂਦਾ ਹੈ। ਇਹ ਖੁਦਾ ਦੇ ਰੂਹ ਨੂੰ ਪਤਾ ਹੈ ਕਿ ਅਸੀਂ ਕਿੰਨੀ ਦੇਰ ਦੁਆ ਕਰਨੀ ਹੈ। ਲੇਕਿਨ ਮੈਂ ਤੁਹਾਨੂੰ ਇੱਕ ਵਾਕਿਆ ਦੱਸਣਾ ਚਾਹਾਂਗਾ। ਇੱਕ ਘਰ ਮੈਂ ਗਿਆ, ਉੱਥੇ ਮੈਂ ਅਜੇ ਬੈਠੇ ਸਾਂ ਤੇ ਉਸ ਘਰ ਦੇ ਇੱਕ ਭੈਣ ਸੀ, ਉਹਨਾਂ ਨੂੰ ਕੋਈ ਫੋਨ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਕਾਲ ਆਈ ਸੀ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਭਜਾ ਕੇ ਕਿ ਪਾਦਰੀ ਸਾਹਿਬ ਕਮਰੇ 'ਚ ਬੈਠੇ ਤੇ ਜ਼ਰਾ ਬੰਦ ਕਰ ਫੋਨ, ਮੈਂ 2 ਮਿੰਟ ਦੁਆ ਕਰ ਲਵਾਂ। ਤੇ ਜਦੋਂ ਭੈਣ ਉਹਦੀ ਆਈ ਤੇ ਮੈਂ ਉਹਨਾਂ ਨੂੰ ਆਖਿਆ ਬਾਜੀ ਤੁਹਾਨੂੰ ਕਿਵੇਂ ਪਤਾ ਹੈ ਕਿ ਮੈਂ 2 ਮਿੰਟ ਹੀ ਦੁਆ ਕਰਨੀ ਹੈ? ਮੈਂ ਕਿਹਾ ਖੁਦਾ ਦੇ ਰੂਹ ਨੇ ਹੋਰੇ ਕਿੰਨੀ ਦੇ ਟਾਈਮ ਤੁਹਾਡੇ ਘਰ ਨੂੰ ਦੇਣਾ ਹੈ ਜੀ, ਕਲਾਮ ਖੁੱਲਣਾ ਹੈ। ਲੋਕਾਂ ਨੇ ਪਹਿਲੇ ਜ਼ਿਹਨ ਬਣਾਇਆ ਹੁੰਦੇ ਨੇ, ਕਈ ਲੋਕ ਆਪਣੇ ਘਰ ਦੇ ਵਿੱਚ ਸ਼ਖਸੀ ਤੌਰ ਤੇ ਦੁਆ ਕਰਨ ਲੱਗੇ, ਉਹਨਾਂ ਦੇ ਜ਼ਿਹਨ 'ਚ ਕਹਿ ਰਹੇ ਹੁੰਦੇ ਨੇ ਮੈਂ 2 ਮਿੰਟ ਦਾ ਦੁਆ ਕਰ ਲਾਂ, ਮੈਂ 5 ਮਿੰਟ ਦਾ ਦੁਆ ਕਰ ਲਵਾਂ। ਐਵੇਂ ਦੀਆਂ ਦੁਆਵਾਂ ਨਹੀਂ ਜੇ ਖੁਦਾ ਨੂੰ ਚਾਹੀਦੀਆਂ, ਐਵੇਂ ਦੀਆਂ ਦੁਆਵਾਂ ਆਲਮੇ ਬਾਲਾ ਤੇ ਨਹੀਂ ਜੇ ਪਹੁੰਚਦੀਆਂ। ਦੁਆ ਓਨੀ ਦੇਰ ਕਰੋ ਜਿੰਨਾ ਖੁਦਾ ਤੁਹਾਨੂੰ ਚਾਹੁੰਦਾ ਹੈ, ਕਿਉਂਕਿ ਲਫ਼ਜ਼ ਖੁਦਾ ਨੇ ਦੇਣੇ ਨੇ।
ਜੀ ਜੀ ਭਾਈ ਸਾਹਿਬ ਜੀ ਲਿਖਿਆ ਖੁਦਾ ਦੇ ਕਲਾਮ ਦੇ ਵਿੱਚ, ਬਿਲਕੁਲ ਤੁਸੀਂ ਠੀਕ ਆਖਿਆ ਹੈ। ਲਿਖਿਆ ਕਿ ਜਬ ਤੂੰ ਦੁਆ ਕਰੇ, ਜਬ ਤੂੰ 24 ਘੰਟੇ ਤੁਹਾਡਾ ਖੁਦਾ ਸਾਡੀ ਆਵਾਜ਼ ਸੁਨੇਗਾ, ਕਿਉਂਕਿ ਉਹ ਹਰ ਟਾਈਮ ਉਹ ਸਾਡੇ, ਦੇਖੋ ਇਬਲੀਸ ਜਿਹੜਾ ਨਾ, ਇਬਲੀਸ ਬਾਈਬਲ 'ਚ ਲਿਖਿਆ ਕਿ ਦਰਵਾਜ਼ੇ ਪਰ ਦਬਕਾ ਬੈਠਾ ਹੈ ਔਰ ਤੇਰਾ ਮੁਸ਼ਤਾਕ ਹੈ। ਸੋ ਮੈਂ ਅੱਜ ਇਹੀ ਗੱਲ ਕਹਿਣਾ ਚਾਹਾਂਗਾ ਕਿ ਅਗਰ ਤੁਹਾਡੇ ਅੰਦਰ ਇਹ ਜੁਸਤਜੂ ਹੈ ਵੇ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਸਤੇ ਆਸਮਾਨ ਖੁੱਲ ਜੇ, ਤੇ ਜ਼ਰੂਰ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਣੇ ਦਿਲ ਨੂੰ ਖੋਲੋ। ਅਗਰ ਤੋਬਾ ਨਹੀਂ ਜੇ ਕੀਤੀ ਹੈ, ਦਿਲ ਨਾਲ ਤੋਬਾ ਕਰ ਲਵੋ, ਜੀ। ਤੋਬਾ ਕਰਕੇ ਪਾਣੀ ਦਾ ਬਪਤਿਸਮਾ ਲਵੋ, ਯਿਸੂ ਮਸੀਹ ਨੂੰ ਸ਼ਾਮਿਲ ਦਾ ਕਬੂਲ ਕਰੋ। ਹਾਲੇਲੂਇਆ। ਔਰ ਯਿਸੂ ਮਸੀਹ ਜਦੋਂ ਪਾਣੀ ਤੋਂ ਬਾਹਰ ਆਏ ਸਨ, ਸਮਾਨ ਖੁੱਲ ਗਿਆ ਸੀ। ਜਦੋਂ ਤੁਸੀਂ ਵੀ ਜਿਸ ਦਿਹਾੜੇ ਪਾਣੀ ਦਾ ਬਪਤਿਸਮਾ ਲਓਗੇ ਔਰ ਪਾਣੀ ਤੋਂ ਬਾਹਰ ਆਓਗੇ, ਤੁਹਾਡੇ ਵਾਸਤੇ ਉਸ ਦਿਹਾੜੇ ਸਮਾਨ ਖੁੱਲਣਾ ਜੀ। ਆਮੀਨ। ਹਾਲੇਲੂਇਆ, ਹਾਲੇਲੂਇਆ। ਲੇਕਿਨ ਇਹਦੇ ਜੀ ਇੱਕ ਹੋਰ ਗੱਲ ਜੀ, ਅਗਰ ਦੁਆ ਕਰਨੀ ਬੰਦ ਕਰ ਦਿਓਗੇ ਨਾ ਤੇ ਸਮਾਨ ਵੀ ਬੰਦ ਹੋ ਜਾਏਗਾ ਜੀ, ਸਮਾਨ ਵੀ ਬੰਦ ਹੋਏਗਾ। ਲਿਹਾਜ਼ਾ ਤੇ ਹੁਣ ਤੁਹਾਡੀ ਦੌੜ ਜੇ 2026 ਦੇ ਵਿੱਚ 365 ਦਿਨਾਂ ਦਾ ਕਿੰਨਾ ਫਾਇਦਾ ਚੁੱਕਣਾ ਜੇ। ਜਿੰਨੀ ਦੁਆ ਕਰੋਗੇ, ਜਿੰਨਾ ਖੁਦਾ ਦੇ ਕਲਾਮ ਨੂੰ ਪੂਰਾ ਕਰੋਗੇ, ਰੱਬ ਤੁਹਾਡੀ ਜ਼ਿੰਦਗੀ 'ਚ ਆਪ ਹੀ ਰਹਿਲਾਂ ਪਹਿਲਾਂ ਕਰ ਦੇਗਾ। ਸਾਡਾ ਈਮਾਨ ਹੈ ਕਿ ਜਿਤਨੀਆਂ ਖੁਦਾ ਦੇ ਖਾਦਮ ਨੇ ਗੱਲਾਂ ਕੀਤੀਆਂ ਨੇ ਕਲਾਮ ਦੇ ਵਿੱਚੋਂ ਤੁਹਾਡੇ ਤੱਕ ਪਹੁੰਚੀਆਂ ਨੇ ਤੇ ਤੁਸੀਂ ਅਮਲ ਕਰ ਲਿਆ ਹੈ। ਹੁਣ ਛੇਤੀ ਨਾਲ ਯਿਸੂ ਵੱਲ ਆ।